सिख चैनल देख रहे सारे ही देश ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦਾ। ਦਰਸ਼ਕੋ ਆਪ ਜੀ ਨੂੰ ਪਤਾ ਕਿ ਇਸ ਕਿਸਾਨੀ ਅੰਦੋਲਨ ਦੇ ਵਿੱਚ ਹਰ ਕੋਈ ਆਪਣੇ ਵੱਖਰੇ ਤਰੀਕੇ ਨਾਲ ਜਿਹੜਾ ਸੇਵਾ ਉਹ ਕਰ ਰਿਹਾ ਨਿਭਾ ਰਿਹਾ। ਤਾਂ 102 ਦਿਨ ਹੋ ਚੁੱਕੇ ਨੇ ਇਸ ਕਿਸਾਨੀ ਅੰਦੋਲਨ ਨੂੰ ਚੱਲਦਿਆਂ ਹੋਇਆ, ਪਰ ਅਜੇ ਵੀ ਡੈਡਲੌਕ ਬਣਿਆ ਹੋਇਆ, ਗੱਲਬਾਤ ਹੋ ਨਹੀਂ ਰਹੀ, ਕੋਈ ਹੱਲ ਜਿਹੜਾ ਉਹ ਨਿਕਲਦਾ ਨਜ਼ਰ ਨਹੀਂ ਆ ਰਿਹਾ। ਪਰ ਅੱਜ ਸਾਡੇ ਨਾਲ ਬਹੁਤ ਵਧੀਆ ਬੁਲਾਰੇ ਮੌਜੂਦ ਨੇ ਜਿਹੜੇ ਕਿ ਪੰਥਕ ਅਕਾਲੀ ਲਹਿਰ, ਜਿੱਥੇ ਭਾਈ ਰਣਜੀਤ ਸਿੰਘ ਜੀ ਦੀ ਗੱਲ ਆਉਂਦੀ ਆ ਤਾਂ ਉਹਨਾਂ ਦੀ ਜਿਹੜੀ ਲਹਿਰ ਹੈਗੀ ਆ ਉਹਨਾਂ ਦੇ ਚੀਫ ਸਪੋਕਸਮੈਨ ਨੇ, ਮੁੱਖ ਬੁਲਾਰੇ ਵੀ ਨੇ। ਜਿੱਥੇ ਅਸੀਂ ਜੋਗਾ ਸਿੰਘ ਚੱਬੜ ਦੀ ਗੱਲ ਕਰਦੇ ਹਾਂ ਤਾਂ ਪਟਿਆਲਾ ਪਿੰਡ ਦੇ ਜਿਹੜੇ ਸ਼ਹਿਰ ਦੇ ਸੀ ਕਹਿ ਸਕਦੇ ਹਾਂ, ਉੱਥੋਂ ਦੇ ਰਹਿਣ ਵਾਲੇ ਨੇ। ਤੇ ਅਸੀਂ ਕਈ ਵਾਰੀ ਦੇਖਿਆ ਕਿ ਇਹਨਾਂ ਨੇ ਤੇ ਇੱਕ ਸਟਾਲ ਲਾਈ ਹੋਈ ਸੀ ਜਿਹਦੇ ਵਿੱਚ ਲਗਾਤਾਰ ਕਿਤਾਬਾਂ ਦੀ ਵੀ ਹੋਰ ਵੀ ਕਈ ਜਿਹੜੀਆਂ ਸੇਵਾਵਾਂ ਉਹ ਨਿਭਾ ਰਹੇ ਸੀ। ਸਾਡੇ ਨਾਲ ਜੋਗਾ ਸਿੰਘ ਚੱਬੜ ਮੌਜੂਦ ਆ, ਗੱਲਬਾਤ ਕਰਦੇ ਇਹਨਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਦੇਖਿਆ ਕਿ ਲਗਾਤਾਰ ਤੁਸੀਂ ਇਸ ਦਿੱਲੀ ਦੇ ਵਿੱਚ ਵੀ ਆ ਕੇ ਆਪਣਾ ਜਿਹੜਾ ਸਹਿਯੋਗ ਆ ਪਾਇਆ। ਤੇ ਗੱਲ ਕਰਦੇ ਆ ਸ਼ੰਭੂ ਮੋਰਚੇ ਦੀ, ਤਾਂ ਸ਼ੰਭੂ ਮੋਰਚੇ ਤੇ ਵੀ ਤੁਸੀਂ ਆਪਣੀ ਜਿਹੜੀ ਸੇਵਾ ਨਿਭਾਈ ਆ। ਦੀਪ ਸਿੱਧੂ ਅੱਜ ਜਿਹੜੇ ਅਰੈਸਟ ਹੋ ਚੁੱਕੇ ਨੇ, ਬੜੀਆਂ ਤੌਹਮਤਾਂ ਲਾਈਆਂ ਜਾ ਰਹੀਆਂ ਨੇ, ਪਰ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਜਦੋਂ ਕੋਈ ਇੱਕ ਸੂਈ ਜਿੰਨਾ ਵੀ ਇਸ ਕਿਸਾਨੀ ਅੰਦੋਲਨ 'ਚ ਸਹਿਯੋਗ ਪਾ ਦਿੰਦਾ ਤਾਂ ਉਹਦਾ ਨਾਮ ਵੀ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ 'ਚ ਲਿਖਿਆ ਜਾਣਾ ਚਾਹੀਦਾ। ਤੁਹਾਨੂੰ ਕੀ ਲੱਗਦਾ? ਤੁਸੀਂ ਵੀ ਬੜੇ ਕਰੀਬੀ ਤੋਂ ਦੀਪ ਸਿੱਧੂ ਨੂੰ ਜਾਣਦੇ ਹੋ। ਭੈਣ ਜੀ, ਗੱਲ ਇਹ ਹੈ, ਜਿਹੜਾ ਇਹ ਮੋਰਚਾ ਹੈ, ਇਹ ਦੇਖੋ ਮੈਂ ਜਿੱਥੇ ਤੱਕ ਮਹਿਸੂਸ ਕਰਦਾ ਹਾਂ, ਇੱਥੇ ਸਾਡੇ ਕਿਸਾਨ ਆਗੂਆਂ ਦਾ ਬੜਾ ਵੱਡਾ ਰੋਲ ਹੈ ਸਾਡੇ ਇਸ ਅੰਦੋਲਨ ਨੂੰ ਭਖਾਉਣ ਦੇ ਲਈ। ਉੱਥੇ ਕੇਵਲ ਕਿਸਾਨ ਆਗੂਆਂ ਦਾ ਹੀ ਰੋਲ ਨਹੀਂ, ਉੱਥੇ ਵੱਖ-ਵੱਖ ਸੁਸਾਇਟੀਆਂ ਦੇ ਨਾਲ ਜੁੜੇ ਹੋਏ ਲੋਕਾਂ ਦਾ ਵੀ ਰੋਲ ਹੈ। ਕਿਉਂਕਿ ਜਿਹੜੇ ਕਾਲੇ ਕਾਨੂੰਨ ਆਏ ਆ ਇਹ ਕੇਵਲ ਕਿਸਾਨੀ ਨੂੰ ਹੀ ਪ੍ਰਭਾਵਿਤ ਨਹੀਂ ਕਰਨੇ। ਮੈਂ ਤਾਂ ਚਲੋ ਖੁਦ ਛੋਟਾ ਜ਼ਿਮੀਂਦਾਰ ਹਾਂ, ਇਹ ਸਾਰੇ ਤਬਕਿਆਂ ਨੂੰ ਪ੍ਰਭਾਵਿਤ ਕਰਨੇ ਆ। ਸੋ ਜਿੱਥੇ ਪੰਜਾਬ ਦੇ ਵਿੱਚ ਵੱਖ-ਵੱਖ ਮੋਰਚੇ ਲੱਗੇ, ਉੱਥੇ ਕੇਵਲ ਕਿਸਾਨ ਯੂਨੀਅਨਾਂ ਵੱਲੋਂ ਹੀ ਮੋਰਚੇ ਨਹੀਂ ਲਾਏ ਗਏ, ਉੱਥੇ ਹੋਰ ਵੀ ਲੋਕਾਂ ਵੱਲੋਂ ਮੋਰਚੇ ਲਾਏ ਗਏ ਸੀ। ਔਰ ਇਸੇ ਤਰ੍ਹਾਂ ਜਿਹੜਾ ਵਾਰ-ਵਾਰ ਇੱਕ ਜ਼ਿਕਰ ਸ਼ੰਭੂ ਮੋਰਚੇ ਦਾ ਹੁੰਦਾ ਹੈ, ਸ਼ੰਭੂ ਮੋਰਚਾ ਕੋਈ ਵੱਖਰਾ ਜਾਂ ਅੱਡ ਮੋਰਚਾ ਨਹੀਂ ਸੀ। ਸ਼ੰਭੂ ਮੋਰਚੇ ਦੇ ਉੱਤੇ ਕੇਵਲ ਤੋਂ ਕੇਵਲ 3 ਕਾਲੇ ਕਾਨੂੰਨ ਰੱਦ ਕਰਾਉਣ ਬਾਰੇ ਹੀ ਗੱਲ ਹੋਈ ਸੀ। ਹਾਂ ਠੀਕ ਹੈ, ਅੱਜ ਭਾਵੇਂ ਉਹਨੂੰ ਕੁਛ ਕਹੀ ਜਾਵੇ, ਆਪਣੀਆਂ ਗਲਤੀਆਂ ਨੂੰ ਛੁਪਾਉਣ ਵਾਸਤੇ ਜਾਂ ਗਲਤੀਆਂ ਨਾ ਲਾਓ, ਜਾਂ ਮਤਲਬ ਕਿਸੇ ਸਮੇਂ ਸਾਡੇ ਤੋਂ ਕੋਈ ਪਰਿਸਥਿਤੀ ਨੂੰ ਸਾਂਭਿਆ ਨਹੀਂ ਜਾਂਦਾ, ਉਸ ਪਰਿਸਥਿਤੀ ਨੂੰ ਆਪਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਉੱਤੇ ਮੜ ਦਿੰਨੇ ਆ। ਮੈਂ ਦੇਖੋ ਹੁਣ ਬੋਲਣਾ ਦਾ ਸੱਚ ਪਏਗਾ, ਭਾਵੇਂ ਕੋਈ ਮਾੜਾ ਕਹੇ ਭਾਵੇਂ ਚੰਗਾ ਕਹੇ, ਆਪਾਂ ਇੱਕ ਬੰਦੇ ਦੇ ਉੱਤੇ ਉਹ ਗਲਤੀ ਨੂੰ ਗੇਰ ਦਈਏ ਤਾਂ ਮੈਂ ਨਹੀਂ ਸਮਝਦਾ ਕਿ ਸ਼ੰਭੂ ਮੋਰਚੇ ਦਾ ਕੋਈ ਐਡਾ ਕਸੂਰ ਹੈ ਕਿ ਅਸੀਂ ਕਿਸਾਨੀ ਅੰਦੋਲਨ ਨੂੰ ਕਿਸੇ ਗੈਰ ਪਾਸੇ ਲੈ ਕੇ ਗਏ। ਮੈਂ ਸ਼ੁਰੂ ਤੋਂ ਜੁੜਿਆ ਹੋਇਆ ਸੀਗਾ ਸ਼ੰਭੂ ਮੋਰਚੇ ਨਾਲ। ਸ਼ੰਭੂ ਮੋਰਚਾ ਲੱਗਿਆ, ਉਹਦੇ ਉੱਤੇ ਅਸੀਂ ਪੰਜਾਬ ਦੇ ਹਰ ਕੁੰਜੀਵਤ ਬੁਲਾਰੇ ਨੂੰ ਬੋਲਣ ਦਾ ਮੌਕਾ ਦਿੱਤਾ। ਉਹਦੇ ਉੱਤੇ ਭਾਵੇਂ ਸਿਮਰਜੀਤ ਬੈਂਸ ਆਇਆ, ਭਾਵੇਂ ਸੁਖਪਾਲ ਸਿੰਘ ਖਹਿਰਾ ਆਇਆ, ਔਰ ਸਾਰਿਆਂ ਤੋਂ ਪਹਿਲਾਂ ਉਹ ਮੋਰਚੇ ਦੀ ਸਫਲਤਾ ਦਾ ਰਾਜ ਵੀ ਇਹੀ ਹੈ ਕਿ ਜਿਹੜੇ ਦਿਨ ਮੋਰਚਾ ਲਾਇਆ ਉਹ ਤੋਂ ਤੀਜੇ ਚੌਥੇ ਦਿਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਆ ਕੇ ਸੰਬੋਧਨ ਕਰਕੇ ਗਏ ਔਰ ਲੋਕਾਂ ਦਾ ਵਿਸ਼ਵਾਸ ਵੱਜਿਆ। ਸੋ ਮੈਨੂੰ ਲੱਗਦਾ ਹੈ ਕਿ ਸ਼ੰਭੂ ਮੋਰਚੇ ਦਾ ਇੱਕ ਵੱਡਾ ਯੋਗਦਾਨ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹਨਾਂ ਦੇ ਵਿੱਚ ਇੱਕ ਚੇਤਨਤਾ ਪੈਦਾ ਕੀਤੀ ਕਿ ਮੋਦੀ ਨੇ ਸਾਡੇ ਖਿਲਾਫ ਕਾਲੇ ਕਾਨੂੰਨ ਪੈਦਾ ਕਰਤੇ ਆ, ਸਾਨੂੰ ਇਹਨਾਂ ਕਾਨੂੰਨਾਂ ਦੇ ਖਿਲਾਫ ਜੂਝਣਾ ਪੈਣਾ ਤੇ ਜੁਟਣਾ ਪੈਣਾ ਜੀ। ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਜਥੇਬੰਦੀਆਂ ਕਹਿ ਰਹੀਆਂ ਕਿ ਸਾਰੇ ਹੀ ਸਾਡੇ ਬੱਚੇ ਨੇ, ਅਸੀਂ ਕਲਾਵੇ ਦੇ ਵਿੱਚ ਲੈਨੇ ਆ, ਦੂਜੇ ਪਾਸੇ ਗੱਲ ਆਉਂਦੀ ਹੈ ਕਿ ਲੱਖਾ ਸਿਧਾਣਾ ਸਾਡਾ ਆਪਣਾ ਪੋਤਾ ਤੇ ਦੀਪ ਸਿੱਧੂ ਆ ਜਿਹੜਾ, ਉਹਨਾਂ ਦਾ ਮੋਰਚੇ ਵਿੱਚ ਕੋਈ ਸਹਿਯੋਗ ਹੀ ਨਹੀਂ ਹੈਗਾ। ਕਿਸ ਤਰ੍ਹਾਂ ਦੇਖਦੇ ਹੋ ਕਿ ਅਜੇ ਵੀ ਸਰਕਾਰ ਚਾਹੁੰਦੀ ਸੀਗੀ ਕਿ ਇਹ ਕਿਤੇ ਨਾ ਕਿਤੇ ਨੌਜਵਾਨਾਂ ਤੇ ਜਥੇਬੰਦੀਆਂ ਦੇ ਵਿੱਚ ਤਕਰੀਰਾਂ ਚੱਲਣ, ਤੇ ਅੱਜ ਕਿਤੇ ਨਾ ਕਿਤੇ ਉਹ ਕਾਮਯਾਬ ਹੋ ਰਹੀ ਹੈ? ਮੈਂ ਇਸ ਗੱਲ ਦੇ ਵਿੱਚ ਤੁਹਾਡੀ ਦੇ ਨਾਲ ਸਹਿਮਤ ਹਾਂ। ਜੋ ਏਜੰਸੀਆਂ ਜਾਂ ਬੀਜੇਪੀ ਚਾਹੁੰਦੀ ਸੀ ਉਹਦੇ ਵਿੱਚ ਸਫਲ ਹੋ ਗਈ। ਦੇਖੋ ਆਪਾਂ ਜੇ ਦਿੱਲੀ ਕਿਸੇ ਮੰਜ਼ਿਲ ਤੇ ਜਾਣਾ ਹੋਵੇ, ਭਾਵੇਂ ਉੱਥੇ 10 ਵਾਰ ਜਾ ਆਈਏ, ਲੇਕਿਨ ਆਪਾਂ ਨੂੰ ਫਿਰ ਵੀ ਉੱਥੇ ਜਾਣ ਦੇ ਲਈ ਆਪਾਂ ਨੂੰ ਕੋਈ ਉਹ ਲਾਉਣਾ ਪੈਂਦਾ ਹੈ, ਨੈਵੀਗੇਸ਼ਨ ਲਾਉਣਾ ਪੈਂਦਾ ਹੈ। ਤੇ ਉਦਣ ਦਾ ਆਪਾਂ ਬੇਤਹਾਸ਼ਾ ਹੜ੍ਹ ਆਇਆ ਹੋਇਆ ਸੀਗਾ ਪੰਜਾਬ, ਹਰਿਆਣੇ ਦਾ, ਯੂਪੀ ਤੋਂ, ਸਾਰੇ ਪਾਸਿਓਂ। ਤੇ ਜੇ ਨੌਜਵਾਨਾਂ ਨੂੰ ਉਧਰ ਚਲੇ ਗਏ ਤਾਂ ਅੱਜ ਇਹ ਪਤਾ ਲੱਗ ਰਿਹਾ ਹੈ ਵੱਖ-ਵੱਖ ਚੈਨਲਾਂ ਦੀਆਂ ਜਦੋਂ ਆਪਾਂ ਦੇਖਦੇ ਹਾਂ ਕਿ ਉੱਥੇ ਅਜਿਹੇ ਲੋਕ ਪਹਿਲਾਂ ਹੀ ਖੜੇ ਸੀ ਜਿਹੜੇ ਸਰਕਾਰ ਵੱਲੋਂ ਵੀ ਕਹਿ ਸਕਦੇ ਆ, ਜਿਹੜੇ ਉਧਰੋਂ ਕਹੀ ਗਏ ਕਿ ਇੱਧਰ ਜਾਣਾ ਹੈ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕਿਸਾਨ ਯੂਨੀਅਨ ਦੇ ਆਗੂਆਂ ਦਾ ਵੀ ਕੋਈ ਬਾਹਲਾ ਵੱਡਾ ਕੋਈ ਇਹਨਾਂ ਦਾ ਵੀ ਉਹ ਹੈ, ਇਹਨਾਂ ਤੋਂ ਵੀ ਬੇਬਸ ਹੋ ਗਿਆ ਇਕੱਠ। ਤੇ ਸਾਡੇ ਜਿਹੜੇ ਉਹ ਨੌਜਵਾਨ ਹੈ, ਭਾਵੇਂ ਉਹ ਲੱਖਾ ਸਿਧਾਣਾ ਭਾਵੇਂ ਦੀਪ ਸਿੱਧੂ, ਉਹਨਾਂ ਦਾ ਵੀ ਕੋਈ ਵੱਡਾ ਉਹ ਨਹੀਂ ਹੈ। ਸਾਨੂੰ ਹੁਣ ਚਾਹੀਦਾ ਤਾਂ ਇਹ ਹੈ ਕਿ ਉਹ ਪਿਛਲੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ
ਸਾਨੂੰ ਕਿਸੇ ਇੱਕ ਵਿਸ਼ੇਸ਼ ਬੰਦੇ ਦਾ ਨਾਂ ਨਹੀਂ ਲੈਣਾ ਚਾਹੀਦਾ ਕਿ ਉਹ ਸਾਡਾ ਬੱਚਾ ਹੈ। ਇਹਨਾਂ ਨੂੰ ਤਾਂ ਸਾਰਿਆਂ ਨੂੰ ਹੀ ਆਪਣਾ ਬੱਚਾ ਕਹਿਣਾ ਚਾਹੀਦਾ, ਕਿਉਂਕਿ ਸਿਆਣੇ ਹੈ। ਲੋੜ ਤਾਂ ਜੇ ਹੈ ਕਿ ਇਹਨਾਂ ਵੱਲ ਸਾਰਾ ਮੁਲਕ ਤੱਕ ਰਿਹਾ, ਸਾਰੀ ਦੁਨੀਆ ਤੱਕ ਰਹੀ ਹੈ। ਜੇਕਰ ਸੰਯੁਕਤ ਮੋਰਚੇ ਦੇ ਆਗੂ ਉਹ ਚੰਗੀਆਂ ਗੱਲਾਂ ਕਰਨਗੇ ਤਾਂ ਨੌਜਵਾਨਾਂ ਦੇ ਵਿੱਚ ਵੀ ਇਹਨਾਂ ਪ੍ਰਤੀ ਚੰਗੀ ਆਵੇਦਨਾ ਪੈਦਾ ਹੁੰਦੀ ਹੈ। ਮੈਂ ਸਮਝਦਾ ਕਿ ਇਹਨਾਂ ਨੂੰ ਕਿਸੇ ਲੱਖਾ ਸਿਧਾਣਾ ਦਾ, ਚਲੋ ਠੀਕ ਹੈ, ਉਹ ਵੀ ਇਹਨਾਂ ਦਾ ਬੱਚਾ ਹੈ, ਪਰ ਦੀਪ ਸਿੱਧੂ ਵੀ ਇਹਨਾਂ ਦਾ ਬੱਚਾ ਹੈ। ਉਹਨਾਂ ਬਾਰੇ ਵੀ ਕਿਉਂ ਅਜਿਹੀ ਕੜਵਾਹਟ ਭਰੀ ਗੱਲ ਕਰਨੀ ਹੈ? ਇੱਥੋਂ ਤੱਕ ਕਿ ਲੱਖੇ ਸਿਧਾਣੇ ਨੂੰ ਵੀ ਕਿਹਾ ਗਿਆ ਕਿ ਇਹ ਕਾਂਗਰਸੀ ਪਾਰਟੀ ਦਾ ਬੰਦਾ, ਇਹ ਕਾਂਗਰਸ ਨੇ ਰੈਲੀ ਕਰਵਾਈ ਹੈ, ਕੀ ਕਹੋਗੇ? ਦੇਖੋ, ਜਿਹੜੇ ਧਰਨੇ ਮੁਜ਼ਾਹਰੇ ਪੰਜਾਬ ਦੇ ਵਿੱਚ ਲੱਗਦੇ ਆ, ਕਿ ਉੱਥੇ ਇਹ ਕਿਹਾ ਜਾਂਦਾ ਕਿ ਜਿਹੜਾ ਕੋਈ ਕਾਂਗਰਸ ਨਾਲ ਜੁੜਿਆ ਹੋਇਆ ਹੈ ਜਾਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਜਾਂ ਕਿਸੇ ਪਾਰਟੀ ਨਾਲ ਜੁੜਿਆ ਹੋਇਆ, ਉਹ ਕਿਸਾਨ ਯੂਨੀਅਨ ਦੇ ਧਰਨੇ 'ਚ ਨਹੀਂ ਆ ਸਕਦਾ। ਤੁਸੀਂ ਪਾਰਟੀਬਾਜ਼ੀ ਦੇ ਵਿੱਚ ਪਿੰਡ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਹੋਵੋ, ਲੇਕਿਨ ਤੁਸੀਂ ਹੈਗੇ ਤਾਂ ਕਿਸਾਨ ਹੋ। ਤੁਸੀਂ ਕਿਸਾਨੀ ਦੇ ਤੌਰ ਤੇ ਕਿਸੇ ਧਰਨੇ ਮੁਜ਼ਾਹਰੇ 'ਚ ਐਜ਼ ਏ ਕਿਸਾਨ ਆਉਂਦੇ ਹੋ। ਜਦੋਂ ਤੁਸੀਂ ਪਿੰਡੇ ਚਲੇ ਜਾਂਦੇ ਹੋ ਤਾਂ ਤੁਸੀਂ ਕਿਸੇ ਪਾਰਟੀ ਦੇ ਵਿੱਚੋਂ। ਹੁਣ ਸਿੰਘੂ ਬਾਰਡਰ ਦੇ ਉੱਤੇ ਜਿੰਨੇ ਵੀ ਪਬਲਿਕ ਆ ਰਹੀ ਹੈ ਤਾਂ ਪਿੰਡ ਦੇ ਵਿੱਚ ਤਾਂ ਕਿਸੇ ਨਾ ਕਿਸੇ ਧੜੇ ਦੇ ਨਾਲ ਜੁੜੇ ਹੋਏ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਜੇ ਕਿਸੇ ਸੰਯੁਕਤ ਮੋਰਚੇ ਦੇ ਆਗੂ ਨੇ ਕੋਈ ਅਜਿਹਾ ਬਿਆਨ ਦਿੱਤਾ ਹੈ ਤਾਂ ਇਹ ਬੜਾ ਮੰਦਭਾਗਾ ਹੈ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿੰਨੇ ਵੀ ਸੰਯੁਕਤ ਮੋਰਚੇ ਦੀ ਟੀਮ ਹੈ, ਉਹਨਾਂ ਵੱਲ ਅੱਜ ਦੁਨੀਆ ਦੇ ਵਿੱਚ ਬੈਠੇ ਦੁਨੀਆ ਵਿੱਚ ਬੈਠੇ ਕਿਸਾਨਾਂ ਦਾ ਉਹਨਾਂ ਵੱਲ ਨਜ਼ਰ ਹੈ। ਸੋ ਉਹਨਾਂ ਨੂੰ ਹਰ ਬਿਆਨ ਸੋਚ ਕੇ ਦੇਣਾ ਚਾਹੀਦਾ। ਅਸੀਂ ਤਾਂ ਉਮੀਦ ਕਰਦੇ ਹਾਂ। ਜੋਗਾ ਸਿੰਘ ਜੀ, ਆਪਾਂ ਦੇਖ ਰਹੇ ਹਾਂ ਕਿ ਹੁਣ ਇੱਕ ਡੈਡਲੌਕ ਬਣਿਆ ਹੋਇਆ, ਸਰਕਾਰ ਵੀ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ ਜੇ, ਤੇ ਇਧਰੋਂ ਕਿਸਾਨ ਵੀ ਕਹਿੰਦੇ ਕਿ ਜੇ ਸਾਨੂੰ ਸੱਦਾ ਆਉਂਦਾ ਅਸੀਂ ਜਾਵਾਂਗੇ, ਪਰ ਉਹ ਡੈਡਲੌਕ ਟੁੱਟ ਨਹੀਂ ਰਿਹਾ ਹੈਗਾ, ਗੱਲਬਾਤ ਹੋ ਨਹੀਂ ਰਹੀ ਹੈ, ਤਾਂ ਹੱਲ ਕਿੱਦਾਂ ਹੋਊਗਾ ਇਸ ਕਿਸਾਨ? ਦੇਖੋ, ਜਦੋਂ ਸਾਡਾ ਨਾ ਜੀ, ਮੈਂ ਉਹੀ ਬੇਨਤੀ ਕਰਦਾ, ਜਦੋਂ ਜਿਹੜਾ ਸਾਡਾ ਪਹਿਲਾ ਦੁਸ਼ਮਣ ਹੁੰਦਾ ਸੀਗਾ ਆਪਣਾ ਮੁਗਲ ਹੁੰਦੇ ਸੀ, ਉਦੋਂ ਉਹ ਕੇਵਲ ਮਤਲਬ ਜ਼ਾਲਮ ਹੁੰਦੇ ਸੀ। ਉਹ ਜ਼ਾਲਮ ਇੰਨੇ ਹੁੰਦੇ ਸੀ ਕਿ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਉਹਨਾਂ ਨੇ ਉਹ ਕੀਤਾ, ਉਹਨਾਂ ਨੂੰ ਮਤਲਬ ਉਹ ਕੀਤਾ ਤੇ ਸ਼ਹੀਦ ਕੀਤਾ, ਤਾਂ ਉਹਨਾਂ ਨੂੰ ਚੌਂਕ ਚਰਾਹੇ 'ਚ ਖੜਾ ਕੇ ਸ਼ਹੀਦ ਕੀਤਾ। ਉਹ ਜ਼ਾਲਮ ਸੀਗੇ। ਲੇਕਿਨ ਜਿਹੜੀ ਬੀਜੇਪੀ ਸਰਕਾਰ ਹੈ, ਜ਼ਾਲਮ ਤਾਂ ਹੈ ਹੀ, ਜ਼ਾਲਮ ਹੋਣ ਦੇ ਨਾਲ ਨਾਲ ਇਹ ਚੁਸਤ ਚਲਾਕ ਵੀ ਇੰਨੀ ਹੈ। ਇਹ ਜ਼ਾਲਮ ਵੀ ਨਾਲ ਹੈ ਤੇ ਚੁਸਤ ਚਲਾਕ ਵੀ ਹੈ। ਸੋ ਸਾਨੂੰ ਇਹਨਾਂ ਦੇ ਦੋਏ ਪੱਖ ਦੇਖਣੇ ਪੈਣੇ ਹੈ ਕਿ ਇਹਨਾਂ ਦਾ ਜ਼ਾਲਮਪਣਾ ਵੀ ਅਸੀਂ ਕਿਵੇਂ ਉਹ ਕਰਨਾ ਹੈ, ਤੇ ਇਹਨਾਂ ਦੀ ਜਿਹੜੀ ਚੁਸਤੀ ਹੈ। ਹੁਣ ਦੇਖੋ, ਤੁਸੀਂ ਕਹਿੰਦੇ ਡੈਡਲੌਕ ਨਹੀਂ ਮੁੱਕ ਰਿਹਾ, ਉਹ ਇਹ ਚਾਹੁੰਦੇ ਆ ਕਿ ਅਸੀਂ ਇਹਨੂੰ ਹੁਣ ਹਰ ਜਗ੍ਹਾ ਤੋਮਰ ਕਹਿੰਦਾ ਕਿ ਹਮਨੇ 11 ਬਾਰ ਕੀ ਬਾਤ ਕੀ, ਹਮਨੇ ਇਹ ਕੀਆ, ਹਮਨੇ ਪਾਰਲੀਮੈਂਟ ਮੇ। ਹੁਣ ਗੱਲ ਕਰਨ ਦਾ ਉਹ ਆ ਜਾਂਦਾ ਸੀ, ਲੇਕਿਨ ਕਿਸਾਨ ਆਗੂ ਉਹਨਾਂ ਨੂੰ ਹਰ ਪੁਆਇੰਟ ਦੇ ਉੱਤੇ ਜਵਾਬ ਵੀ ਦੇ ਕੇ ਤੋਰਦੇ ਸੀ, ਉਹਨਾਂ ਦੀ ਤਸੱਲੀ ਵੀ ਕਰਾਉਂਦੇ ਸੀ। ਤੋਮਰ ਨੂੰ ਗੱਲ ਵੀ ਕੋਈ ਨਹੀਂ ਆਉਂਦੀ ਸੀ। ਲੇਕਿਨ ਅੱਜ ਉਹ ਦੁਨੀਆ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਗੱਲ ਕੀਤੀ ਹੈ, ਪਰੰਤੂ ਕਿਸਾਨ ਆਗੂ ਗੱਲ ਤੇ ਆਏ ਨਹੀਂ। ਸੋ ਇਸ ਕਰਕੇ ਮੈਂ ਸਮਝਦਾ ਕਿ ਕਿਸਾਨ ਆਗੂਆਂ ਨੂੰ ਕੋਈ ਠੀਕ ਹੈ, ਜਿਵੇਂ ਅੱਜ ਵੂਮੈਨ ਡੇ ਹੈ, ਅੱਜ ਬੜਾ ਵੱਡਾ ਇਹਨਾਂ ਨੇ ਮੈਸੇਜ ਦਿੱਤਾ ਹੈ, ਤੇ ਉਦਣ ਰੋਡ ਜਾਮ ਕੀਤਾ ਜਿਹੜਾ ਆਪਣਾ ਉਹ KMP ਰੋਡ ਹੈ, ਤੇ ਉਹਦੇ ਨਾਲ ਬੜੀ ਨਸ ਫੜੀ ਗਈ ਹੈ। ਸੋ ਅਜਿਹੇ ਹੋਰ ਪ੍ਰੋਗਰਾਮ, ਜਿਵੇਂ ਹੁਣ ਬਾਕੀ ਸਟੇਟਾਂ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ, ਉੱਥੇ ਸਾਡੇ ਕਿਸਾਨ ਆਗੂ ਜਾ ਰਹੇ ਆ, ਉੱਥੇ ਪ੍ਰਚਾਰ ਹੋ ਰਿਹਾ ਹੈ। ਸੋ ਅਜਿਹਾ ਹੋਰ ਬੜਾ ਤਿੱਖਾ ਪ੍ਰਚਾਰ ਬੀਜੇਪੀ ਦੇ ਖਿਲਾਫ ਕਰਨਾ ਪੈਣਾ ਹੈ, ਕਿਉਂਕਿ 1980-81 ਦੇ ਵਿੱਚ ਬੀਜੇਪੀ ਦੇ 2 ਜਾਂ 3 MP ਹੁੰਦੇ ਸੀ। ਅੱਜ ਕਿੰਨੇ ਕੁ ਸਾਲ ਹੋਏ, ਅੱਜ ਬੀਜੇਪੀ 4 ਸਰਕਾਰਾਂ ਬਣਾ ਗਈ। 4 ਸਰਕਾਰਾਂ ਬਣਾ ਕੇ ਅੱਜ ਦੇਸ਼ ਨੂੰ ਨਿਲਾਮ ਕਰਨ ਦੇ ਕੰਢਾਹੇ ਬੀਜੇਪੀ ਨੇ ਲਿਆਤਾ। ਸੋ ਇਹ ਜਿਹੜੀ ਲੜਾਈ ਹੈ ਨਾ ਜੀ, ਇਹ ਹਰ ਵਰਗ ਦੀ ਲੜਾਈ ਹੈ। ਇਹ ਕਿਸੇ ਧਰਮ ਦੀ ਲੜਾਈ ਬਣਾ ਕੇ ਨਾ ਪਾਏ ਸੰਯੁਕਤ ਮੋਰਚੇ ਦੇ ਵਿੱਚ। ਇਹੀ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਪੰਜਾਬ ਤੇ ਹਰਿਆਣੇ ਦਾ ਮੋਰਚਾ ਹੈਗਾ, ਹਾਲਾਂਕਿ ਹਰ ਇੱਕ ਸਟੇਟ ਤੋਂ ਕਿਸਾਨੀ ਅੰਦੋਲਨ ਨੂੰ ਸਮਰਥਨ ਮਿਲਿਆ। ਨਹੀਂ ਭੈਣ ਜੀ, ਗੱਲ ਇਹ ਹੈ, ਇਹ ਅੰਦੋਲਨ ਤਾਂ ਹੁਣ ਸ਼ੁਰੂ ਹੋਇਆ ਹੈ, ਲੇਕਿਨ ਪਿੱਛੇ ਜੇ ਪੁਣੇ ਤੋਂ ਮੁੰਬਈ ਤੱਕ ਕਿੱਡਾ ਵੱਡਾ ਲੱਖਾਂ ਕਿਸਾਨਾਂ ਦਾ ਕਾਫਲਾ ਤੁਰਿਆ ਆ ਰਿਹਾ ਸੀਗਾ। ਲੇਕਿਨ ਆ ਜਿਹੜਾ ਗੋਦੀ ਤੇ ਮੋਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ, ਇਸ ਮੀਡੀਆ ਨੂੰ ਖਬਰ ਨਹੀਂ ਦਿਖਾਈ। ਤੇ ਉਹ ਤੋਂ ਪਹਿਲਾਂ ਕਿੰਨੇ ਪ੍ਰੋਟੈਸਟ ਦੂਜੀਆਂ ਸਟੇਟਾਂ ਦੇ ਵਿੱਚ ਹੋਏ, ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਿਸਾਨ ਪ੍ਰੋਟੈਸਟ ਹੋਏ। ਇਸ ਕਰਕੇ ਜੇ ਆਪਾਂ ਕਹੀਏ ਇਹ ਹਰਿਆਣੇ ਤੇ ਪੰਜਾਬ ਦਾ, ਠੀਕ ਹੈ, ਚੰਗਿਆੜੀ ਪੰਜਾਬ ਚੋਂ ਲੱਗਦੀ ਹੈ। ਪੰਜਾਬ ਇੱਕ ਪੰਜਾਬ ਦੇ ਵਿੱਚ ਮਾਰਸ਼ਲ ਕੌਮ ਹੈ, ਉਹ ਤੋਂ ਬਾਅਦ ਬੰਗਾਲ ਖੜਾ ਹੁੰਦਾ ਹੈ। ਲੇਕਿਨ ਮੈਂ ਇਹ ਵੀ ਦੱਸਦਾ, ਇਤਿਹਾਸ ਜੇਕਰ ਆਪਣੇ ਆਪ ਨੂੰ ਦੁਹਰਾਏਗਾ, ਜਿਵੇਂ 1947 ਦੀ ਜਿਹੜੀ ਲੜਾਈ ਸੀ ਪੰਜਾਬ ਚੋਂ ਸ਼ੁਰੂ ਹੋ ਕੇ ਫਿਰ ਬੰਗਾਲ ਚਲੀ ਗਈ। ਸੋ ਮੈਨੂੰ ਇਉਂ ਲੱਗਦਾ ਹੈ ਕਿ ਜਿਵੇਂ ਇਹ ਕੰਮ ਪੰਜਾਬ ਚੋਂ ਸ਼ੁਰੂ ਹੋਇਆ, ਹੁਣ ਅਗਲੀ ਇਲੈਕਸ਼ਨ ਬੰਗਾਲ ਦੇ ਵਿੱਚ ਹੈ। ਬੰਗਾਲ ਦੇ ਵਿੱਚ ਬੁਰੀ ਤਰ੍ਹਾਂ ਬੀਜੇਪੀ ਹਾਰ ਰਹੀ ਹੈ। ਬੰਗਾਲ ਤੋਂ ਬਾਅਦ ਅਗਲੀਆਂ ਸਟੇਟਾਂ 'ਚ ਬੀਜੇਪੀ ਨੇ ਪਸਤ ਹੋਣਾ ਹੈ। ਸੋ ਲੱਗਦਾ ਇਹ ਹੈ ਕਿ ਬੀਜੇਪੀ ਦਾ ਜਿਹੜਾ ਹਾਲ ਹੈ ਉਹ ਦਿਨ ਪਰ ਦਿਨ ਮਾੜਾ ਹੋਣਾ ਹੈ। ਔਰ ਮਾੜਾ ਹੋਣ ਦਾ ਕਾਰਨ ਜਿਹੜਾ ਉਹਨਾਂ ਨੇ ਕਿਸਾਨਾਂ ਦੇ ਨਾਲ ਧਰੋ ਕਮਾਇਆ, ਦਿਨ ਪਰ ਦਿਨ ਮਹਿੰਗਾਈ ਵਧਾ ਰਹੇ ਹੈ, ਕੇਵਲ 2 ਪੂੰਜੀਪਤੀਆਂ ਦੇ ਲਈ, ਅਡਾਨੀ ਤੇ ਅੰਬਾਨੀ ਦੇ ਲਈ। ਕੀ ਗੱਲ, ਪੂੰਜੀਪਤੀ ਸਾਡੇ ਦੇਸ਼ ਦੇ ਮਾਲਕ ਹੈ। ਦੇਸ਼ ਦੀ ਮਾਲਕ ਤਾਂ ਭਾਰਤ ਦੀ ਜਨਤਾ ਹੈ। ਜਨਤਾ ਨੇ ਤੈਅ ਕਰਨਾ ਹੈ ਕਿ ਸਾਨੂੰ ਕਿਹੜੇ ਕਾਨੂੰਨ ਠੀਕ ਹੈ, ਕਿਹੜੇ ਕਾਨੂੰਨ ਨਹੀਂ ਠੀਕ।
ਅਸੀਂ ਪਾਰਲੀਮੈਂਟ ਮੈਂਬਰ ਚੁਣਦੇ ਆ, ਉਹਨਾਂ ਨੂੰ ਚੁਣਿਆ ਜਾਂਦਾ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਦੇਸ਼ ਦੇ ਕਾਨੂੰਨ ਬਣਾਉਣਗੇ। ਅਸੀਂ ਵਿਧਾਨ ਸਭਾ ਦੇ ਮੈਂਬਰ ਚੁਣਦੇ ਆ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਕਿ ਸਾਡੇ ਲਈ ਸਟੇਟ ਦੇ ਕਾਨੂੰਨ ਬਣਾਉਣਗੇ। ਖੇਤੀ ਦਾ ਸਟੇਟ ਦਾ ਵਿਸ਼ਾ, ਲੇਕਿਨ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਇਸ ਗੱਲ ਦਾ, 7-8 ਮਹੀਨੇ ਪਹਿਲਾਂ ਪਤਾ ਲੱਗਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਚੁੱਪ ਵੱਟ ਰੱਖੀ ਕਿ ਇਹ ਆਰਡੀਨੈਂਸ ਆ ਰਹੇ ਆ। ਉਹਨਾਂ ਦੇ ਖੇਤੀ ਸਕੱਤਰ ਨੇ ਦੱਸਤਾ ਸੀ, ਕਾਹਨ ਸਿੰਘ ਪੰਨੂ ਨੇ, ਫਿਰ ਵੀ ਕੈਪਟਨ ਅਮਰਿੰਦਰ ਸਿੰਘ ਚੁੱਪ ਕਰਿਆ ਰਿਹਾ। ਔਰ ਮੈਂ ਅੱਜ ਵੂਮਨ ਡੇ ਹੈ, ਅੱਜ ਇਸਤਰੀ ਦਿਵਸ ਹੈ, ਲੇਕਿਨ ਇੱਕ ਤਾਂ ਉਹ ਮਾਤਾਵਾਂ ਜਿਹੜੀਆਂ ਅੱਜ ਇੱਥੇ ਮੈਂ ਦੇਖ ਰਿਹਾ 70 75 ਸਾਲ ਦੀਆਂ ਬਜ਼ੁਰਗ ਮਾਤਾਵਾਂ ਜਿਹੜੀਆਂ ਇੰਨੇ ਹੌਸਲੇ ਦੇ ਨਾਲ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਖੜੀਆਂ, ਲੇਕਿਨ ਇੱਕ ਉਹ ਬੀਬੀ ਹਰਸਿਮਰਤ ਕੌਰ ਸੀ ਜਿਹੜੀ ਉਸ ਕਾਲੇ ਕਾਨੂੰਨ ਨੂੰ ਲਾਗੂ ਕਰਾਉਣ ਦੇ ਵਿੱਚ ਉਹ ਕੈਬਨਿਟ ਦੇ ਵਿੱਚ ਬੈਠੀ ਸੀ। ਸੋ ਇਸ ਕਰਕੇ ਜਿੰਨੀ ਦੇਰ ਇਹਨਾਂ ਲੋਕਾਂ ਦੇ ਖਿਲਾਫ ਵੀ ਅਸੀਂ, ਭਾਵੇਂ ਉਹ ਪੰਜਾਬ ਹੈ ਭਾਵੇਂ ਹੋਰ ਸਟੇਟਾਂ ਹੈ, ਜਿਵੇਂ ਅਮਰਿੰਦਰ ਦਾ ਟੱਬਰ ਤੇ ਬਾਦਲਾਂ ਦਾ ਟੱਬਰ ਜਾਂ ਇਹ ਜੇ ਹੋਰ ਰਜਵਾੜੇ ਲੋਕ, ਅਸੀਂ ਰਾਜ ਸੱਤਾ ਤੋਂ ਵੀ ਪਾਸੇ ਨਹੀਂ ਨਾ ਜੀ ਕਰਦੇ, ਉਨੀ ਦੇਰ ਵੀ ਸਾਨੂੰ ਇਹੋ ਜਿਹੇ ਕਾਨੂੰਨਾਂ ਦਾ ਸਾਹਮਣਾ ਕਰਨਾ ਪਏਗਾ। ਜਿੱਥੇ ਆਪਾਂ ਦੇਖ ਰਹੇ ਹਾਂ ਕਿ ਕਿਸਾਨ ਅੰਦੋਲਨ ਚੱਲ ਰਿਹਾ, ਲਗਾਤਾਰ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਪੈਸਾ ਆ ਰਿਹਾ, ਇੱਥੇ ਲੰਗਰ ਛਕਾਏ ਜਾ ਰਹੇ ਨੇ, ਜੋ ਪੈਸਾ ਸ਼ਾਇਦ ਸਰਕਾਰ ਆਪਣੇ ਪੂਰੇ ਭਾਰਤ ਤੇ ਲੱਗ ਸਕਦਾ ਸੀ, ਪੰਜਾਬ ਤੇ ਹਰਿਆਣਾ ਦੇ ਵਿੱਚ ਯੂਜ਼ ਹੋ ਸਕਦਾ ਸੀ, ਪਰ ਉਹ ਇੱਥੇ ਅਸੀਂ ਲਿਆ ਕੇ ਲਗਾਤਾਰ ਉਹ ਖਰਚ ਕਰ ਰਹੇ ਹਾਂ। ਤਾਂ ਇੱਕ ਪਾਸੇ ਅਜੇ ਵੀ ਕਿਹਾ ਜਾ ਰਿਹਾ ਕਿ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਕੀ ਲੱਗਦਾ ਤੁਹਾਨੂੰ ਕਿ ਉਹ ਇਹ ਬਿੱਲ ਜਲਦੀ ਰੱਦ ਕਰਵਾ ਸਕਦੇ ਸੀਗੇ, ਕਿਉਂਕਿ ਆਪਣਾ ਪੈਸਾ ਉਹ ਬਚਾ ਸਕਦੇ, ਸ਼ਾਇਦ ਟੈਕਸਾਂ ਦੇ ਜ਼ਰੀਏ ਉਹਨਾਂ ਨੇ ਹੀ ਵਸੂਲਣਾ ਸੀ। ਦੇਖੋ ਅੱਜ GST ਹੈ, GST ਤਾਂ ਇਹ ਇਕੱਠੀ ਕਰਨ ਲੱਗ ਗਿਆ, ਨਰਿੰਦਰ ਮੋਦੀ ਜਾਂ ਸਰਕਾਰਾਂ ਇਕੱਠੀਆਂ ਕਰਨ ਲੱਗ ਗਈਆਂ, ਲੇਕਿਨ ਸੂਬੇ ਰੌਲਾ ਪਾ ਰਹੇ ਆ ਕਿ ਸਾਨੂੰ GST ਵਾਪਸ ਨਹੀਂ ਮਿਲਦੀ। ਜੇਕਰ ਇਹ ਕਾਨੂੰਨ ਕਾਲੇ ਨਾ ਹੁੰਦੇ ਤਾਂ ਕਿਉਂ ਸਟੇਟਾਂ ਦੇ ਲੋਕ, ਅਸੀਂ ਕਿਸਾਨ ਕਰੋੜਾਂ ਅਰਬਾਂ ਰੁਪਈਆ ਇਕੱਠਾ ਕਰਕੇ ਉਰੇ ਆਪਣੀ ਇਕਨੋਮੀ ਨੂੰ ਖਰਾਬ ਕਰਦੇ। ਅੱਜ ਪੰਜਾਬ ਲਾ ਲਓ, ਹਰਿਆਣਾ ਲਾ ਲਓ, ਜੇਕਰ ਪੰਜਾਬ ਦੇ ਵਿੱਚੋਂ ਟਰੈਕਟਰ ਟਰਾਲੀਆਂ ਆਉਣੇ ਆ ਜਾਂ ਅਸੀਂ ਲੰਗਰ ਚਲਾਉਣੇ ਆ ਤਾਂ ਸਾਡਾ ਕਰੋੜਾਂ ਰੁਪਈਆ ਖਰਾਬ ਹੁੰਦਾ। ਸਾਨੂੰ ਕਿਹੜਾ ਸ਼ੌਂਕ ਹੈ, ਅਸੀਂ ਸੜਕਾਂ ਦੇ ਉੱਤੇ 250-300 ਦੇ ਕਰੀਬ ਸਾਡੀਆਂ ਸ਼ਹੀਦੀਆਂ ਹੋ ਗਈਆਂ। ਅੱਜ ਜੇ ਪੁਰਾਣਾ ਇਤਿਹਾਸ ਫੋਲੀਏ ਤਾਂ ਜਿਹੜੀ ਦੇਸ਼ ਦੀ ਆਜ਼ਾਦੀ 1947 ਦੀ ਹੋਈ ਹੈ, ਉਹਦੇ ਪਹਿਲੇ ਹਥਿਆਰਬੰਦ ਸੰਘਰਸ਼ ਦੇ ਜਿਹੜੇ ਸਾਰਿਆਂ ਤੋਂ ਪਹਿਲੇ ਸ਼ਹੀਦ ਹੋਏ ਆ ਉਹ ਭਾਈ ਮਹਾਰਾਜ ਸਿੰਘ ਹੋਏ ਆ, ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਦੇ ਜਿਹੜੇ ਸ਼ਰਧਾਲੂ ਸੀਗੇ। ਔਰ ਉਹਨਾਂ ਨੂੰ ਉਹ ਜਦੋਂ ਇੱਕ ਮੀਟਿੰਗ ਕਰਨ ਦੇ ਲਈ ਗੁਪਤ ਤੌਰ ਤੇ ਜਾ ਰਹੇ ਸੀ, ਕਿਸੇ ਅੰਗਰੇਜ਼ ਦੇ ਪਿੱਠੂ ਨੇ ਅੰਗਰੇਜ਼ ਨੂੰ ਸੂਚਨਾ ਦੇ ਕੇ ਫੜਾਤਾ। ਅੰਗਰੇਜ਼ ਉਹਨਾਂ ਨੂੰ ਕੈਦ ਕਰਕੇ ਸਿੰਗਾਪੁਰ ਲੈ ਗਏ। ਅੱਜ ਵੀ ਉਹਨਾਂ ਦੀ ਸਿੰਗਾਪੁਰ ਦੇ ਵਿੱਚ ਯਾਦਗਾਰ ਬਣੀ ਹੋਈ ਹੈ। ਔਰ ਮੈਂ ਅੱਜ ਬੜੇ ਬੇਬਾਕੀ ਦੇ ਨਾਲ ਕਹਿਣਾ ਕਿ ਦੇਸ਼ ਦੀ ਆਜ਼ਾਦੀ ਦੇ ਪਹਿਲੇ ਹਥਿਆਰਬੰਦ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਹੋਏ ਆ, ਜਿਹੜੇ ਪੰਜਾਬ ਤੋਂ ਸਿੱਖ ਕੌਮ ਚੋਂ ਸੀਗੇ। ਔਰ ਅੱਜ ਇਸ ਕਿਸਾਨੀ ਸੰਘਰਸ਼ ਦੇ ਪਹਿਲੇ ਸ਼ਹੀਦ, ਭਾਵੇਂ ਸ਼ਹੀਦ 275 280 ਜਿੰਨੇ ਵੀ ਹੋਏ ਆ, ਉਹ ਸਾਰੇ ਸਤਿਕਾਰਯੋਗ ਹੈ, ਲੇਕਿਨ ਪੁਲਿਸ ਦੀ ਗੋਲੀ ਨਾਲ ਮਰਨ ਵਾਲੇ ਪਹਿਲੇ ਸ਼ਹੀਦ ਭਾਈ ਨਵਰੀਤ ਸਿੰਘ ਡਿਬਡਵਾ, ਜਿਹੜੇ ਹਰਦੀਪ ਸਿੰਘ ਡਿਬਡਵਾ ਦੇ ਪੁੱਤਰ ਹੈ। ਸਾਨੂੰ ਚਾਹੀਦਾ, ਸਮੁੱਚੇ ਸੰਯੁਕਤ ਮੋਰਚੇ ਨੂੰ ਚਾਹੀਦਾ ਕਿ ਉਸ ਨਵਰੀਤ ਸਿੰਘ ਡਿਬਡਵਾ ਦੀ ਜਿਹੜੀ ਮੌਤ ਹੈ ਉਹ ਕਿਵੇਂ ਹੋਈ ਹੈ, ਕਿਉਂ ਹੋਈ ਹੈ, ਉਹਦੇ ਬਾਰੇ ਵੀ ਵੱਡੇ ਪੱਧਰ ਤੇ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਇਆ ਜਾਵੇ। ਸਾਡੇ ਨੌਜਵਾਨ ਬੱਚੇ ਮਾਰੇ ਜਾ ਰਹੇ ਹੈ, ਸਾਡੇ ਤੇ ਹਮਲਾ ਕੀਤਾ ਜਾ ਰਿਹਾ ਹੈ, ਔਰ 275 ਦੇ ਕਰੀਬ ਸਾਡੇ ਬਜ਼ੁਰਗ ਤੇ ਬੱਚੇ ਮਾਰੇ ਗਏ। ਇਹ ਕਹਿੰਦੇ ਆ ਜੀ ਕਾਨੂੰਨ ਕਾਲੇ ਨਹੀਂ। ਕੀ ਗੱਲ ਸਾਨੂੰ ਸ਼ੌਂਕ ਹੈ ਬੱਚੇ ਮਰਵਾਉਣ ਦਾ? ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਨਵਰੀਤ ਸਿੰਘ ਜੀ ਨੂੰ ਜਿਹੜੀ ਅੱਜ ਆਪਾਂ ਕਹਿੰਦੇ ਆ ਕਿ ਉਹ ਅਸਲ ਸ਼ਹੀਦ ਨੇ, ਹਨਾ, ਕਿਉਂਕਿ ਗੋਲੀ ਵੱਜਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ, ਹਨਾ। ਤਾਂ ਇੱਕ ਪਾਸੇ ਤੁਸੀਂ ਦੇਖੋ ਕਿ ਬਾਪੂ ਹਰਦੀਪ ਸਿੰਘ ਜੀ ਜਿਹੜੇ ਉਹਨਾਂ ਨੇ ਵੀ ਪਟੀਸ਼ਨ ਪਾਈ ਸੀ ਕਿ ਇਹਦੀ ਜਿਹੜੀ ਪੂਰਾ ਕਮਿਸ਼ਨ ਜਾਂਚ ਹੋਣੀ ਚਾਹੀਦੀ ਆ ਤਾਂ ਕਿ ਮੇਰੇ ਪੁੱਤਰ ਨੂੰ ਇਨਸਾਫ ਮਿਲ ਸਕੇ। ਤਾਂ ਦਿੱਲੀ ਹਾਈ ਕੋਰਟ ਦੀ ਅਸੀਂ ਗੱਲ ਕਰਦੇ ਆ ਤਾਂ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਵੀ CCTV ਫੁਟੇਜ ਨੇ ਉਹ ਜਾਰੀ ਹੋਣੀਆਂ ਚਾਹੀਦੀਆਂ, ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈ ਉਹ ਵੀ ਜਾਰੀ ਹੋਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਕਿ ਜੋ ਬਾਪੂ ਹਰਦੀਪ ਸਿੰਘ ਜੀ ਨੇ ਆਵਾਜ਼ ਉਠਾਈ ਹੈ ਉਹਨਾਂ ਦਾ ਪੂਰਾ ਸਮਰਥਨ ਸਾਨੂੰ ਦੇਣਾ ਚਾਹੀਦਾ? ਦੇਖੋ, ਮੈਂ ਬਾਪੂ ਹਰਦੀਪ ਸਿੰਘ ਜੀ ਇੱਕ ਬਹੁਤ ਧਾਰਮਿਕ ਤੇ ਗੁਰਸਿੱਖ ਖਿਆਲਾਂ ਵਾਲੇ ਆ, ਤੇ ਬੂਹੇ ਭੇੜ ਕੇ ਰੋਂਦੀਆਂ ਮਾਵਾਂ ਸੌਖੇ ਨਹੀਂ ਉਹ ਪੁੱਤ ਤੋਰਨੇ। ਕਿਸੇ ਨੂੰ ਪੁੱਤ ਤੋਰਨਾ ਸੌਖਾ ਨਹੀਂ ਹੁੰਦਾ, ਲੇਕਿਨ ਮੈਨੂੰ ਕਈ ਅਜਿਹੇ ਸੱਜਣ ਵੀ ਮਿਲੇ ਆ, ਮੈਂ ਮਾਫ ਕਰਨਾ ਜੇ ਸੱਜਣ ਨੂੰ ਮੇਰੀ ਇੰਟਰਵਿਊ ਸੁਣਨਗੇ ਤਾਂ ਉਹਨਾਂ ਨੂੰ ਵੀ ਆਪਣੇ ਥੋੜਾ ਜਿਹਾ ਨਾ ਦਿਲ ਦੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਕਈ ਮੈਨੂੰ ਮਿਲੇ, ਕਹਿੰਦੇ ਜੀ ਬਾਪੂ ਹਰਦੀਪ ਸਿੰਘ ਆਪਣੇ ਪੋਤੇ ਦੀ ਜਿਹੜੀ ਸ਼ਹੀਦੀ ਹੈ ਉਹਦਾ ਮੁੱਲ ਪਵਾਉਂਦਾ ਫਿਰਦਾ। ਇਹ ਗੱਲਾਂ ਵੀ ਮੈਨੂੰ ਸੁਣਨ ਨੂੰ ਮਿਲੀਆਂ, 5-4 ਨੇ ਕਹੀਆਂ। ਮੈਂ ਹੈਰਾਨ ਹੁੰਨਾ ਕਿ ਇੱਕਨਾਂ ਦੇ ਕਰ ਧੀਆਂ, ਧੀਆਂ ਕਰ ਦੋਤਰੇ, ਇੱਕਨਾਂ ਦੇ ਕਰ ਪੁੱਤ, ਪੁੱਤਾਂ ਕਰ ਪੋਤਰੇ, ਇੱਕਨਾਂ ਦੇ ਸੀ ਇੱਕ, ਉਹ ਵੀ ਜਾਵੇ ਮਰ ਬਜੀਦਾ, ਕੌਣ ਸਾਹਿਬ ਨੂੰ ਕਹੇ ਤੂੰ ਇੰਜ ਨਾ ਇੰਜ ਕਰ। ਅੱਜ ਲਾਹਣਤ ਆ ਉਹਨਾਂ 4 ਬੰਦਿਆਂ ਦੇ, ਮੈਨੂੰ 5-4 ਮਿਲੇ ਕੇ। ਉਹ ਬਜ਼ੁਰਗ, ਤੁਸੀਂ ਇੱਥੇ ਮੇਰੇ ਕੋਲੇ ਸਰਦਾਰ ਹਰਦੀਪ ਸਿੰਘ ਡਿਬਡਵਾ ਨੂੰ ਇਸ ਘਟਨਾ ਤੋਂ ਪਹਿਲਾਂ ਵੀ ਬੈਠਿਆਂ ਦੇਖਿਆ ਹੋਏਗਾ।
ਉਹੀ ਹਰਦੀਪ ਸਿੰਘ ਡਿਬਡਵਾ ਜੀ ਜਿਹੜੇ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਦ ਕਰਾਉਣ ਦੀ ਲੜਾਈ ਲੜਦੇ ਸੀ। ਮੈਂ ਉਹਨਾਂ ਸੱਜਣਾ ਨੂੰ ਇਸ ਇੰਟਰਵਿਊ ਸੁਣਨ ਤੋਂ ਬਾਅਦ ਕਹਿਣਾ ਹੈ, ਜ਼ਰੂਰ ਕਹਿਣਾ ਹੈ, ਕਿਉਂਕਿ ਦੇਖੋ ਮੈਂ ਗਲਤ ਕਮੈਂਟਾਂ ਦੀ ਕਦੇ ਵੀ ਗਲਤ ਕਮੈਂਟ ਆਉਣਗੇ ਉਹਦੀ ਮੈਂ ਕਦੇ ਉਹ ਨਹੀਂ ਕਰਦਾ, ਕਿਉਂਕਿ ਬੀਜੇਪੀ ਦਾ ਜਾਂ ਬਾਦਲਾਂ ਵਿਰੋਧੀ ਜਾਂ ਜਿਹੜੇ ਸਾਡੇ ਵਿਰੋਧੀ ਹੈ, ਜਿਹੜੇ ਇਸ ਕਿਸਾਨ ਮੋਰਚੇ ਦੇ ਵਿਰੋਧੀ ਹੈ, ਉਹਨਾਂ ਦੇ ਕਾਈਟੀ ਸੈੱਲ ਹੈ, ਉਹਨਾਂ ਨੇ ਇੱਕ ਡਿਊਟੀ ਲਾਈ ਹੋਈ ਹੈ ਕਿ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ। ਉਹ ਸਾਰੇ ਇਨਸਾਨ ਵਿਰੋਧੀ ਲੋਕ ਹੈ, ਉਹ ਸਾਡੇ ਖਿਲਾਫ ਕਮੈਂਟ ਪਾਉਣ, ਜੀ ਸਦਕੇ ਪਾਉਣ, ਮੈਂ ਉਹਨਾਂ ਦੀ ਕੋਈ ਪਰਵਾਹ ਵੀ ਨਹੀਂ ਕਰਦਾ। ਮੈਂ ਉਹਨਾਂ ਸੱਜਣਾਂ ਨੂੰ ਜ਼ਰੂਰ ਬੇਨਤੀ ਕਰਦਾ ਕਿ ਅਜਿਹੀਆਂ ਭਾਵਨਾਵਾਂ ਆਪਣੇ ਦਿਲ 'ਚ ਨਾ ਰੱਖੋ। ਕੱਲ ਹਰਦੀਪ ਸਿੰਘ ਡਿਬਡਵਾ ਵੱਲੋਂ ਹੀ ਇਹ ਕਿਹਾ ਗਿਆ ਕਿ ਮੇਰਾ ਪੁੱਤਰ ਤਾਂ ਚਲਿਆ ਗਿਆ, ਪਰ ਤੁਸੀਂ ਨੌਜਵਾਨਾਂ ਨੂੰ ਤੇ ਕਿਸਾਨਾਂ ਨੂੰ, ਕੱਲ ਇਹ ਸੰਯੁਕਤ ਮੋਰਚੇ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਇਕੱਠੇ ਹੋਵੋ, ਇਕੱਠੇ ਹੋ ਕੇ ਨੌਜਵਾਨਾਂ ਨੂੰ ਨਾਲ ਲਾਓ। ਇਹ ਬਹੁਤ ਵੱਡਾ ਹੌਸਲਾ ਹੁੰਦਾ ਹੈ। ਜੇਕਰ ਕਿਸੇ ਦਾ ਅਜਿਹਾ ਛੋਟੀ ਉਮਰ 'ਚ ਪੋਤਾ ਚਲਿਆ ਜਾਵੇ, ਉਹ ਮੂੰਹ ਨਹੀਂ ਕਰਦਾ ਅਜਿਹੇ ਅੰਦੋਲਨ ਵੱਲ। ਮੈਂ ਇਸ ਕਰਕੇ ਬੇਨਤੀ ਕਰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਦੁਨੀਆ ਤੋਂ ਬਾਹਰ ਰਹੇ ਹਾਂ। ਔਰ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਘਾਲਣਾ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪੇ ਬਾਰ ਦੀਏ ਸੁਤਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਸੋ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਆਪਣੇ ਖਾਨੇ, ਅਕਲ ਦੇ ਖਾਨੇ ਨੂੰ ਖੋਲੇ। ਇਹ ਜਿਹੜੀ ਕਿਸਾਨੀ ਹੈ, ਕਿਸਾਨੀ ਕੇਵਲ ਕਿਸਾਨੀ ਕਿਰਤ ਕਰਨ ਵਾਲੀ ਨਹੀਂ, ਕਿਸਾਨੀ ਬਿਜ਼ਨਸ ਨਾਲ ਵੀ ਜੁੜੀ ਹੋਈ ਹੈ। 40% ਲੋਕ ਹੈ ਜਿਹੜੇ ਡਾਇਰੈਕਟਲੀ ਕਿਸਾਨੀ ਨਾਲ ਹੈ, 40% ਲੋਕ ਇਨਡਾਇਰੈਕਟਲੀ ਕਿਸਾਨੀ ਨਾਲ, 80% ਲੋਕ ਅੱਜ ਖੇਤੀ ਨਾਲ ਜੁੜੇ ਹੋਏ ਹੈ। ਤੁਸੀਂ ਦੇਸ਼ ਦਾ ਪੱਠਾ ਨਾ ਬਿਠਾਓ। ਤੁਹਾਨੂੰ ਇਸ ਕਰਕੇ ਅਸੀਂ ਕਹਿੰਦੇ ਆ ਇਹ ਕਾਨੂੰਨ ਵਾਪਸ ਲੈ ਲਓ। ਜਿੱਦ ਕਰਕੇ ਕਦੇ ਦੇਸ਼ ਨਹੀਂ ਚੱਲਦੇ ਹੁੰਦੇ, ਦੇਸ਼ ਤਾਂ ਲੋਕਾਂ ਦੀ ਸਮੂਹਿਕ ਰਾਏ ਨਾਲ ਚੱਲਦੇ ਹੁੰਦੇ। ਤੁਸੀਂ ਦੇਖਿਆ ਜੋਗਾ ਜੀ, ਜਿੱਥੇ ਆਪਾਂ ਗੱਲ ਕਰਦੇ ਕਿ ਅੱਜ 8 ਤਰੀਕ ਹੈਗੀ ਹੈ ਤੇ ਅੱਜ ਪਾਰਲੀਮੈਂਟ, ਯੂਕੇ ਦੀ ਪਾਰਲੀਮੈਂਟ ਦੀ ਗੱਲ ਕਰਦੇ ਆ ਤਾਂ ਉੱਥੇ ਵੀ ਅੱਜ ਵਿਚਾਰ ਚਰਚਾ ਹੋਏਗੀ ਇਹ ਕਿਸਾਨੀ ਬਿੱਲਾਂ ਤੇ। ਪਰ ਸਾਡੀ ਪਾਰਲੀਮੈਂਟ ਦੀ ਗੱਲ ਕਰਦੇ, ਭਾਰਤ ਦੇ ਵਿੱਚ ਕਿਸਾਨ ਮਾਰ ਰਿਹਾ ਹੋਵੇ, ਪਾਰਲੀਮੈਂਟ ਦੇ ਵਿੱਚ ਉਹ ਟਾਵਰਾਂ ਦੀ ਗੱਲ ਕੀਤੀ ਜਾਵੇ ਜੋ ਪੰਜਾਬ ਦੇ ਵਿੱਚ ਹਿਲਾਏ ਗਏ ਨੇ, ਪਰ ਅੱਜ ਤੱਕ ਸ਼ਹੀਦਾਂ ਦਾ ਕੋਈ ਨਾਮ ਨਹੀਂ, ਸ਼ਹੀਦਾਂ ਤੇ ਕੋਈ ਸ਼ਰਧਾਂਜਲੀ ਨਹੀਂ ਦਿੱਤੀ ਗਈ, ਪਰ ਉਹ ਟਾਵਰਾਂ ਦੀ ਫਿਕਰ ਸੀਗੀ। ਸਾਡੀ ਪਾਰਲੀਮੈਂਟ 'ਚ ਉਹ ਚਰਚਾ ਨਹੀਂ ਹੁੰਦੀ ਜੋ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ ਹੋਵੇ। ਪਰ ਅਸੀਂ ਯੂਕੇ ਦੀ ਗੱਲ ਕਰਦੇ ਆ ਜਾਂ ਪੂਰੇ ਵਿਦੇਸ਼ਾਂ ਦੀ ਗੱਲ ਕਰਦੇ ਆ ਤਾਂ ਉਹ ਕਿਸਾਨੀ ਅੰਦੋਲਨ ਨੂੰ ਸਮਰਥਨ ਦੇ ਰਹੇ ਨੇ। ਤੁਹਾਨੂੰ ਲੱਗਦਾ ਨਹੀਂ ਕਿ ਸਭ ਤੋਂ ਵੱਡੀ ਹਾਰ ਹੈ ਸਾਡੀ ਸਰਕਾਰ ਦੀ, ਪਰ ਅਜੇ ਵੀ ਅੱਖਾਂ ਜਿਹੜੀਆਂ ਉਹ ਬੰਦ ਕਰਕੇ ਬੈਠੇ ਹੋ? ਦੇਖੋ ਭੈਣ ਮੇਰੀਏ, ਮੈਂ ਨਾ ਅੱਜ ਤੋਂ 10 ਕੁ ਸਾਲ ਪਹਿਲਾਂ ਮੇਰੇ ਪਰਿਵਾਰ ਨੂੰ ਬਾਏ ਟ੍ਰੇਨ ਸ਼ਿਮਲੇ ਘੁਮਾਉਣ ਜਾ ਰਿਹਾ ਸੀ ਤੇ ਜਿਹੜੀ ਕਾਲਕਾ ਤੋਂ ਸ਼ਿਮਲੇ ਨੂੰ ਟ੍ਰੇਨ ਜਾਂਦੀ ਹੈ। ਮੇਰਾ ਬੱਚਾ ਮੈਨੂੰ, ਬੇਟਾ ਕਹਿੰਦਾ ਪਾਪਾ, ਮੈਂ ਉਹਨੂੰ ਪੁਲ ਦਿਖਾਉਣ ਲੱਗ ਗਿਆ। ਮੈਂ ਕਿਹਾ ਇਹ ਪੁਲ ਬੇਟੇ ਅੰਗਰੇਜ਼ਾਂ ਨੇ ਬਣਾਇਆ ਹੋਇਆ। ਕਹਿੰਦਾ ਪਾਪਾ ਅੰਗਰੇਜ਼ ਤਾਂ ਬਹੁਤ ਟਾਈਮ ਪਹਿਲਾਂ ਚਲੇ ਗਏ ਸੀ, ਵੀ ਇਹ ਪੁਲ ਹੁਣ ਤੱਕ ਕਿਉਂ ਖੜਾ ਹੈ? ਮੈਂ ਕਿਹਾ ਉਹਨਾਂ ਦੇ ਟਾਈਮ ਚੰਗਾ ਕੰਮ ਹੁੰਦਾ ਸੀ ਤੇ ਅੱਜ ਮੇਰੀ ਫੈਮਿਲੀ ਬਾਹਰ ਨਿਊਜ਼ੀਲੈਂਡ ਹੈ। ਮੈਨੂੰ ਹੁਣ ਉਹ ਕਹਿੰਦਾ ਪਾਪਾ ਜੇ ਅੰਗਰੇਜ਼ ਇੰਨੇ ਚੰਗੇ ਸੀ, ਆਹ ਦੇਖੋ ਮੁਲਕ ਕਿੰਨਾ ਵਧੀਆ ਨਿਊਜ਼ੀਲੈਂਡ, ਵੀ ਫਿਰ ਅੰਗਰੇਜ਼ਾਂ ਨੂੰ ਆਪਾਂ ਨੇ ਕਿਉਂ ਮੁਲਕ ਚੋਂ ਕੱਢਿਆ? ਮੈਂ ਕਿਹਾ ਇੱਕੋ ਇੱਕ ਕਾਰਨ ਸੀ, ਅੰਗਰੇਜ਼ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਸੀ, ਬਈ ਅਸੀਂ ਉਹ ਰਾਜ ਕਰਾਂਗੇ, ਹੋਰ ਕੋਈ ਰਾਜ ਨਹੀਂ ਕਰ ਸਕਦਾ, ਤੇ ਅਸੀਂ ਉਸ ਗੁਲਾਮੀ ਦੇ ਵਿੱਚ ਜੀਣਾ ਨਹੀਂ ਚਾਹੁੰਦੇ। ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਲੋਕਾਂ ਦਾ ਰਾਜ ਪ੍ਰਬੰਧ ਦਾ ਚੰਗਾ ਹੈ, ਅਸੀਂ ਅੱਜ ਉਹਨਾਂ ਮੁਲਕਾਂ ਦੇ ਵਿੱਚ ਜਾ ਰਹੇ ਹਾਂ, ਲੇਕਿਨ ਉਹ ਗੁਲਾਮ ਬਣਾ ਕੇ ਵੀ ਅਸੀਂ ਉਹ ਸਾਡਾ ਹੀ ਰਾਜ ਚੱਲੇਗਾ। ਇਸ ਕਰਕੇ ਜਿਹੜੀ ਤੁਸੀਂ ਗੱਲ ਕਰੀ ਹੈ, ਹੁਣ ਇਹ ਗੁਲਾਮੀ ਦੇ ਵਿੱਚੋਂ ਲੋਕ ਨਿਕਲਣਗੇ। ਜੇ ਮੋਦੀ ਕਹੇ ਕਿ ਅਸੀਂ ਉਹ ਰਾਜ ਕਰਨਾ ਹੈ, ਜਾਂ ਰਾਹੁਲ ਗਾਂਧੀ ਕਹੇ ਅਸੀਂ ਉਹ ਕਰਨਾ ਹੈ, ਜਾਂ ਪੰਜਾਬ 'ਚ ਅਮਰਿੰਦਰ ਤੇ ਬਾਦਲ ਕਹਿਣ ਅਸੀਂ ਉਹ ਕਰਨਾ ਹੈ, ਇਹ ਗੁਲਾਮੀ ਦੀਆਂ ਗੱਲਾਂ ਹੁਣ ਚਲੀਆਂ ਗਈਆਂ। ਲੋਕ ਸਮਝਦਾਰ ਹੈ, ਲੋਕ ਸਮਝਦੇ ਹੈ ਇਹ ਗੱਲ ਠੀਕ ਹੈ। ਸਮੇਂ ਨੇ ਕਰਵਟ ਲੈਣੀ ਹੁੰਦੀ ਹੈ, ਕਰਵਟ ਲੈਣ ਲਈ ਟਾਈਮ ਜ਼ਰੂਰ ਲੱਗਦਾ ਹੈ। ਇਸ ਕਰਕੇ ਮੈਂ ਸਮਝਦਾ ਕਿ ਉਹ ਲੋਕ ਆਪਣੀ ਕੰਟਰੀ ਦੇ ਲਈ ਬੜੇ ਅਵੇਅਰ ਹੈ। ਜਿਹੜੀ ਤੁਸੀਂ ਕੈਨੇਡਾ, ਇੰਗਲੈਂਡ ਦੀ ਗੱਲ ਕੀਤੀ ਹੈ, ਭਾਵੇਂ ਉਹ ਜਿਹੇ ਜੇ ਮਰਜ਼ੀ ਹੈ, ਉਹ ਗੋਰੇ ਹੈ ਜਿਹੜੇ, ਉਹ ਆਪਣੀ ਕੰਟਰੀ, ਆਪਣੀ ਮਿੱਟੀ ਦੇ ਲਈ ਬੜੀ ਅਵੇਅਰ ਹੈ। ਉਹ ਆਪਣੀ ਧਰਤੀ ਨੂੰ ਪਿਆਰ ਕਰਦੇ ਆ, ਆਪਣੀ ਧਰਤੀ ਨੂੰ ਸ਼ਿੰਗਾਰ ਕੇ ਰੱਖਦੇ ਆ, ਆਪਣੀ ਧਰਤੀ ਦੀ ਹਰ ਚੀਜ਼ ਨੂੰ ਉਹ ਪਿਆਰ ਕਰਦੇ ਆ। ਇਹ ਗੱਲ ਦੇ ਵਿੱਚ ਬੜਾ ਮੈਂ ਫਖਰ ਮਹਿਸੂਸ ਕਰਦਾ ਤੇ ਸਾਨੂੰ ਵੀ ਕਿਸੇ ਨਾ ਕਿਸੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਮੈਂ ਮੋਦੀ ਜੀ ਨੂੰ ਵੀ ਕਹਿਣਾ ਕਿ ਬਾਹਰਲੇ ਮੁਲਕਾਂ ਦੇ ਕੇਵਲ ਹਵਾਈ ਟੂਰ ਨਾ ਕਰਿਆ ਕਰੋ। ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ ਮੁਲਕਾਂ ਦੀ ਕਹੀ ਜੀ ਪਾਰਲੀਮੈਂਟ ਹੈ, ਕਹੇ ਜੇ ਉੱਥੇ ਦੇ ਵਿਧਾਨਕਾਰ ਕਾਨੂੰਨ ਹੈ, ਉਹਨਾਂ ਬਾਰੇ ਵੀ ਜਾਣਕਾਰੀ ਲਿਆ ਕਰੋ। ਕਿਵੇਂ ਉੱਥੇ ਸਾਰਾ ਕੁਝ ਫ੍ਰੀ ਹੈ, ਕਿਵੇਂ ਉੱਥੇ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੈ, ਕਿਵੇਂ ਉੱਥੇ ਦਾ ਫ੍ਰੀ ਮੀਡੀਆ ਹੈ, ਇਹਨਾਂ ਗੱਲਾਂ ਦੀ ਵੀ ਆਜ਼ਾਦੀ ਸਿੱਖੋ ਤੇ ਕਿਵੇਂ ਉਹ ਆਪਣੇ ਮੁਲਕਾਂ ਨੂੰ ਡਿਵੈਲਪ ਕਰ ਰਹੇ ਹੈ, ਇਹਨਾਂ ਗੱਲਾਂ ਦੀ ਵੀ ਜਾਣਕਾਰੀ ਲਓ। ਮੈਂ ਇਹ ਗੱਲ ਮੋਦੀ ਜੀ ਨੂੰ, ਤੁਹਾਡੇ ਦੇਸ਼ ਦੀ ਇਕਨੋਮੀ ਬਹੁਤ ਜ਼ਿਆਦਾ ਥੱਲੇ ਹੋ ਚੁੱਕੀ ਆ, ਇਸ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਅੱਜ ਤੋਂ 6 ਮਹੀਨੇ ਪਹਿਲਾਂ ਜਿਹੜੇ ਮੁਲਕਾਂ ਦੀ ਇਕਨੋਮੀ ਸਾਡੇ ਮੁਲਕ ਦੀ ਇਕਨੋਮੀ ਉੱਤੇ ਸੀਗੀ, ਉਹਨਾਂ ਮੁਲਕਾਂ ਦੇ ਡਾਲਰ ਨੀਵੇਂ ਸੀਗੇ। 6 ਮਹੀਨੇ ਦੇ ਵਿੱਚ ਉਹਨਾਂ
ਮੁਲਕਾਂ ਦੇ ਡਾਲਰ ਕਿੱਥੇ ਚਲੇ ਗਏ। ਸੋ ਇਹ ਸਾਨੂੰ ਸਾਰੀਆਂ ਗੱਲਾਂ ਵਿਚਾਰਨਯੋਗ ਹੈ। ਮੈਂ ਤੁਹਾਡੇ ਇਸ ਸਿੱਖ ਚੈਨਲ ਦੇ ਜਰੀਏ ਸਾਰੀਆਂ ਸਮੁੱਚੀਆਂ ਸੰਗਤਾਂ ਨੂੰ ਇਹੀ ਬੇਨਤੀ ਕਰਦਾ ਕਿ ਸਾਨੂੰ ਹਰ ਪੁਆਇੰਟ ਦੇ ਉੱਤੇ ਬਚਣਾ ਪੈਣਾ ਆਉਣ ਵਾਲਾ ਸਮਾਂ। ਜੇ ਨਹੀਂ ਬਚਾਂਗੇ ਤਾਂ ਮੇਰੇ ਮੁਤਾਬਕ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਚ ਨਹੀਂ ਸਕਾਂਗੇ। ਕੇਵਲ ਕਿਸਾਨੀ ਨਹੀਂ, ਸਾਨੂੰ ਹਰ ਮੁੱਦੇ ਦੇ ਉੱਤੇ ਵਿਚਾਰ ਕੇ ਹੱਲ ਕੀ ਹੋਣਾ ਚਾਹੀਦਾ ਤੁਹਾਨੂੰ? ਕੀ ਲੱਗਦਾ ਕਿ ਕਿਸ ਤਰ੍ਹਾਂ ਅਸੀਂ ਬਿੱਲ ਆ ਜਿਹੜੇ ਰੱਦ ਕਰਾਂਗੇ? ਦੇਖੋ ਭੈਣ ਜੀ, ਇਹ ਪਾਰਲੀਮੈਂਟੇਰੀਅਨ ਸਿਸਟਮ ਹੈ। ਜਿੰਨੀ ਦੇਰ ਆਪਾਂ ਇਲੈਕਸ਼ਨਾਂ ਦੇ ਵਿੱਚ ਚੰਗੇ ਬੰਦੇ ਅੱਗੇ ਨਹੀਂ ਲਿਆਉਂਦੇ ਉਨੀ ਦੇਰ ਇਹ ਹੱਲ ਨਹੀਂ ਹੁੰਦਾ। ਜੇਕਰ ਬੀਜੇਪੀ ਦੇ ਕੋਲ ਬਹੁਮਤ ਆਈ ਤਾਂ ਹੀ ਬੀਜੇਪੀ ਨੇ ਕਾਨੂੰਨ ਪਾਸ ਕੀਤੇ। ਜੇਕਰ ਚੰਗੇ ਬੰਦੇ ਪਾਰਲੀਮੈਂਟ ਦੇ ਵਿੱਚ ਜਾਣਗੇ ਜਾਂ ਪੰਜਾਬ ਦੇ ਅਸੈਂਬਲੀਆਂ ਦੇ ਵਿੱਚ ਜਾਣਗੇ ਜਾਂ ਸਟੇਟਾਂ ਦੇ ਵਿੱਚ ਜਾਣਗੇ ਤਾਂ ਹੀ ਕਾਨੂੰਨ ਚੰਗੇ ਬਣਨਗੇ। ਕਾਨੂੰਨ ਘਾੜੀ ਸਭਾਵਾਂ ਦੇ ਵਿੱਚ ਜਾਣਗੇ। ਭਗਤ ਸਿੰਘ ਉਹਨਾਂ ਨੇ ਸ਼ਹੀਦੀ ਕਾਹਦੇ ਲਈ ਦਿੱਤੀ ਸੀ? ਉਹਨਾਂ ਨੇ ਸ਼ਹੀਦੀ ਕੱਲਾ ਦੇਸ਼ ਆਜ਼ਾਦ ਕਰਾਉਣ ਲਈ ਨਹੀਂ ਦਿੱਤੀ ਸੀ, ਉਹਨਾਂ ਨੇ ਵੋਟ ਰਾਜ ਦੇ ਲਈ ਸ਼ਹੀਦੀ ਦਿੱਤੀ ਸੀ। ਚੰਗਾ ਦੇਸ਼ ਤਾਂ ਅੰਗਰੇਜ਼ ਵੀ ਬਣਾ ਦਿੰਦੇ। ਉਹਨਾਂ ਨੇ ਦਿੱਤੀ ਸੀ ਤਾਂ ਕਿ ਸਾਨੂੰ ਨੁਮਾਇੰਦਾ ਚੰਗਾ ਮਿਲੇ। ਜੇਕਰ ਨੁਮਾਇੰਦਾ ਚੰਗਾ ਨਹੀਂ ਤਾਂ 5 ਸਾਲ ਬਾਅਦ ਅਸੀਂ ਨੁਮਾਇੰਦਾ ਬਦਲ ਸਕੀਏ। ਸੋ ਅੱਜ ਜਿੱਥੇ ਪੰਜਾਬ ਦੀ ਗੱਲ ਹੈ, ਅੱਜ ਸਾਡੇ ਕੋਲ ਸਿੱਖਾਂ ਕੋਲ ਸਾਰਿਆਂ ਤੋਂ ਉੱਚੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਉਹ ਸੰਸਥਾ ਦੇ ਉੱਤੇ ਵੀ ਇੱਕ ਟੱਬਰ ਦਾ ਕਬਜ਼ਾ ਹੈ। ਬਾਦਲ ਤੋਂ ਬਿਨਾਂ ਹੈ ਕੋਈ ਨਹੀਂ, ਜਿਹਦੇ ਲਈ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਪ੍ਰਧਾਨ ਪੰਥਕ ਅਕਾਲੀ ਲਹਿਰ ਬੜਾ ਵੱਡਾ ਯਤਨ ਕਰ ਰਹੇ ਹਨ। ਲੋਕ ਉਹਨਾਂ ਦਾ ਸਾਥ ਵੀ ਦੇ ਰਹੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਪਾਪੀ ਟੋਲੇ ਤੋਂ ਅਸੀਂ ਛਡਾਵਾਂਗੇ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਸਾਡੀ ਬੜੀ ਵੱਡੀ ਜਿਹੜੀ ਐਡੀ ਸੰਸਥਾ ਸੀ, ਜਿਸ ਸੰਸਥਾ ਨੇ ਚੰਗੇ ਆਚਰਣ ਵਾਲੇ ਬੰਦੇ ਰਾਜਨੀਤਿਕ ਧਿਰ ਦੇ ਵਿੱਚ ਭੇਜਣੇ ਹੁੰਦੇ ਸੀਗੇ, ਉਹ ਸੰਸਥਾ ਨੂੰ ਵੀ ਅਸੀਂ ਇਹਨਾਂ ਲੋਟੂ ਟੋਲੇ ਤੋਂ ਛਡਾਵਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਦਰਸ਼ਕੋ, ਇਹ ਸਨ ਜੋਗਾ ਸਿੰਘ ਝੱਬੜ। ਜਿੱਥੇ ਅਸੀਂ ਗੱਲ ਕਰੀਏ ਕਿ ਪੰਥਕ ਅਕਾਲੀ ਲਹਿਰ ਦੀ, ਤਾਂ ਉਹਨਾਂ ਦੇ ਬੁਲਾਰੇ ਨੇ ਤੇ ਹਰ ਥਾਂ ਇਹਨਾਂ ਨੇ ਆਪਣਾ ਜਿਹੜਾ ਸਮਰਥਨ ਆ ਉਹ ਦਿੱਤਾ ਨੇ। ਹੁਣ ਗੱਲ ਸੋਚਣ ਵਾਲੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਬਿੱਲ ਰੱਦ ਹੋਣਗੇ, ਪਰ ਇਹ ਸਰਕਾਰਾਂ ਨੂੰ ਸੋਚਣਾ ਪਊਗਾ ਕਿ ਜੇ ਵਿਦੇਸ਼ਾਂ ਦੇ ਵਿੱਚ ਕਿਸਾਨ ਵਿਰੋਧੀ ਬਿੱਲਾਂ ਦੀ ਚਰਚਾ ਹੋ ਰਹੀ ਹੈ ਤਾਂ ਸਾਡੀ ਪਾਰਲੀਮੈਂਟ ਦੇ ਵਿੱਚ ਵੀ ਚੰਗੇ ਰਾਜਨੀਤਿਕ ਬੰਦੇ ਆਉਣੇ ਚਾਹੀਦੇ ਨੇ ਤਾਂ ਜੋ ਇਹ ਜਿਹੜਾ ਪੂਰਾ ਢਾਂਚਾ ਹੈਗਾ ਭਾਰਤ ਦਾ ਉਹ ਸੁਧਰ ਸਕੇ। ਸੋ ਬਣੇ ਰਹੋ ਸਿੱਖ ਚੈਨਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੇ ਸਾਰੇ ਹੀ ਦੇਸ਼